A very good day to all. My name is Navneet Kaur, Assistant Professor in History. Now we will start. The topic is Administration of the Maurya. Dear students, ਅਸੀਂ ਅੱਜ ਕਰਾਂਗੇ ਮੌਰਿਆ ਦਾ ਸ਼ਾਸਨ ਪ੍ਰਬੰਧ। ਮਤਲਬ ਕਿ ਮੌਰਿਆ ਟਾਈਮ ਪੀਰੀਅਡ ਦੇ ਵਿੱਚ ਸ਼ਾਸਨ ਪ੍ਰਬੰਧ, ਡੈਟ ਮੀਨਸ ਕਿ ਐਡਮਿਨਿਸਟ੍ਰੇਸ਼ਨ ਵਰਕ ਜਿਹੜਾ ਸੀ ਉਹ ਕਿਸ ਤਰ੍ਹਾਂ ਚਲਾਇਆ ਜਾਂਦਾ ਸੀ। ਐਡਮਿਨਿਸਟ੍ਰੇਸ਼ਨ ਵਰਕ ਨੂੰ ਅਸੀਂ ਅਗਰ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਦੇਖੀਏ ਤਾਂ ਅਸੀਂ ਦੇਖਾਂਗੇ ਕਿ ਗਵਰਨਮੈਂਟ ਜਿਹੜੀ ਹੈਗੀ ਉਹ ਕਿਸ ਤਰੀਕੇ ਦੇ ਨਾਲ ਆਪਣੇ ਕੰਮ ਕਰਦੀ ਹੈਗੀ ਆ। ਗਵਰਨਮੈਂਟ ਨੇ ਆਪਣੇ ਡਿਪਾਰਟਮੈਂਟ ਨੂੰ ਕਿਸ ਤਰ੍ਹਾਂ ਡਿਸਟਰੀਬਿਊਟ ਕੀਤਾ ਹੁੰਦਾ ਵਾ, ਉਹ ਹੁੰਦਾ ਹੈ ਐਡਮਿਨਿਸਟ੍ਰੇਸ਼ਨ। ਹੁਣ ਚੱਲਦੇ ਹਾਂ ਅਸੀਂ ਮੌਰਿਆ ਕਾਲ ਦੇ ਵਿੱਚ। ਮੌਰਿਆ ਕਾਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਜਿਹੜਾ ਸੀ ਕਾਫੀ ਜ਼ਿਆਦਾ ਉੱਚ ਕੋਟੀ ਦਾ ਮਤਲਬ ਹੁੰਦਾ ਕਾਫੀ ਜ਼ਿਆਦਾ ਐਡਮਿਨਿਸਟ੍ਰੇਸ਼ਨ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਸੀ ਅਤੇ ਟਾਈਮ ਟੂ ਟਾਈਮ ਇਹਦੇ ਵਿੱਚ ਚੇਂਜਿਸ ਕੀਤੀਆਂ ਜਾਂਦੀਆਂ ਸੀ। ਬਿਕੋਜ਼ ਅਗਰ ਕਿਸੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਟਾਈਮ ਟੂ ਟਾਈਮ ਚੇਂਜਿਸ ਨਾ ਕੀਤੀਆਂ ਜਾਣ ਤਾਂ ਐਡਮਿਨਿਸਟ੍ਰੇਸ਼ਨ ਅੱਛੇ ਤਰੀਕੇ ਦੇ ਨਾਲ ਜਿਹੜਾ ਵਰਕ ਨਹੀਂ ਕਰ ਸਕਦਾ ਹੈ। ਅਸੀਂ ਸਟਾਰਟ ਕਰਦੇ ਹਾਂ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਕਿੱਦਾਂ ਦਾ ਸੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਗਰ ਐਡਮਿਨਿਸਟ੍ਰੇਸ਼ਨ ਅੱਛੇ ਤਰੀਕੇ ਦੇ ਨਾਲ ਵਰਕ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਹੈਗਾ ਕਿ ਸਿਸਟਮ ਅੱਛੇ ਤਰੀਕੇ ਦੇ ਨਾਲ ਨਹੀਂ ਚੱਲੇਗਾ। ਚਲੋ ਫਸਟ ਅਸੀਂ ਐਡਮਿਨਿਸਟ੍ਰੇਸ਼ਨ 'ਤੇ ਆਉਂਦੇ ਹਾਂ ਕਿ ਸੈਂਟਰਲ ਐਡਮਿਨਿਸਟ੍ਰੇਸ਼ਨ ਦਾ ਮਤਲਬ ਹੈ ਕਿ ਸੈਂਟਰ ਦੇ ਵਿੱਚ ਕਿਹੜਾ ਕਿਹੜਾ ਕੰਮ ਹੋ ਰਿਹਾ ਵਾ। ਤੁਸੀਂ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਦੇਖੋਗੇ ਸਾਡੀਆਂ ਗਵਰਨਮੈਂਟ ਦੋ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ। ਫਸਟ ਆਉਂਦਾ ਹੈਗਾ ਦ ਕਿੰਗ ਦੇ ਵਿੱਚ ਅਸੀਂ ਲਿਖਾਂਗੇ ਰਾਜਾ, ਯਾਨੀ ਕਿ ਸਭ ਤੋਂ ਪਹਿਲਾਂ ਅਗਰ ਅਸੀਂ ਐਡਮਿਨਿਸਟ੍ਰੇਸ਼ਨ ਦੇਖਦੇ ਹਾਂ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਅਗਰ ਅੱਜ ਦੇ ਟਾਈਮ ਪੀਰੀਅਡ ਦੀ ਮੈਂ ਗੱਲ ਕਰਾਂ ਤਾਂ ਗਵਰਨਮੈਂਟ ਦੋ ਤਰੀਕੇ ਦੇ ਨਾਲ ਵਰਕ ਕਰਦੀ ਹੈ। ਇੱਕ ਗਵਰਨਮੈਂਟ ਹੁੰਦੀ ਸੈਂਟਰਲ ਗਵਰਨਮੈਂਟ, ਇੱਕ ਹੁੰਦੀ ਸਟੇਟ ਗਵਰਨਮੈਂਟ। ਠੀਕ ਹੈ, ਸੈਂਟਰਲ ਗਵਰਨਮੈਂਟ ਜਿਵੇਂ ਕਿ ਅੱਜ ਦੇ ਟਾਈਮ ਪੀਰੀਅਡ ਵਿੱਚ ਸਾਡੀ BJP ਦੀ ਗਵਰਨਮੈਂਟ ਹੈ, ਅਤੇ ਜੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹੈਗੇ ਹਾਂ ਅਤੇ ਜੇ ਪੰਜਾਬ ਦੇ ਵਿੱਚ ਕਿਉਂ ਅਸੀਂ ਪੰਜਾਬ 'ਚ ਹੀ ਰਹਿੰਦੇ ਹਾਂ। ਠੀਕ ਹੈ, ਤਾਂ ਅੱਜ ਇੱਥੇ ਕਿਹੜੀ ਗਵਰਨਮੈਂਟ ਕਰਦੀ ਹੈ? ਕਾਂਗਰਸ ਦੀ ਗਵਰਨਮੈਂਟ ਜਿਹੜੀ ਹੈਗੀ ਆ ਉਹ ਕੰਮ ਕਰਦੀ ਹੈਗੀ ਆ। ਚਲੋ ਅਸੀਂ ਜਾਣੇ ਹੈਗੇ ਆ ਸੈਂਟਰਲ ਐਡਮਿਨਿਸਟ੍ਰੇਸ਼ਨ 'ਤੇ, ਮਤਲਬ ਕਿ ਕੇਂਦਰੀ ਸ਼ਾਸਨ ਪ੍ਰਬੰਧ 'ਤੇ। ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਦ ਕਿੰਗ। ਅੱਜ ਦੇ ਟਾਈਮ ਵਿੱਚ ਦ ਕਿੰਗ, ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਦ ਕਿੰਗ ਆਉਂਦਾ ਹੈ, ਬਟ ਅਗਰ ਅਸੀਂ ਰਿਐਲਿਟੀ ਦੇਖੀਏ ਤਾਂ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਕੌਣ ਆਏਗਾ? PM ਸਾਡਾ ਅੱਜ ਦਾ ਕੌਣ ਹੈਗਾ ਵਾ? ਨਰਿੰਦਰ ਮੋਦੀ। ਅਗਰ ਨਰਿੰਦਰ ਮੋਦੀ ਦਾ ਮੈਂ ਤੁਹਾਨੂੰ ਪੂਰਾ ਨਾਮ ਦੱਸਾਂ ਤਾਂ ਉਹਨਾਂ ਦਾ ਪੂਰਾ ਨਾਮ ਹੈਗਾ ਨਰਿੰਦਰਾ ਦਾਮੋਦਰ ਦਾਸ ਮੋਦੀ। ਠੀਕ ਹੈ, ਤੁਹਾਨੂੰ ਇਸ ਚੀਜ਼ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ। ਚਲੋ ਆਪਾਂ ਆਪਣੇ ਟੌਪਿਕ 'ਤੇ ਆਉਂਦੇ ਹਾਂ, ਦ ਕਿੰਗ। ਪੁਰਾਣੇ ਟਾਈਮ ਪੀਰੀਅਡ ਯਾਨੀ ਕਿ ਮੌਰਿਆ ਟਾਈਮ ਪੀਰੀਅਡ ਦੇ ਵਿੱਚ ਕਿੰਗ ਜਿਹੜਾ ਸੀਗਾ ਉਸਨੂੰ ਸਭ ਤੋਂ ਜ਼ਿਆਦਾ ਸੁਪਰੀਮੀ, ਮਤਲਬ ਕਿ ਸਭ ਤੋਂ ਜ਼ਿਆਦਾ ਸਰਵਉੱਚ ਮੰਨਿਆ ਜਾਂਦਾ ਸੀ। ਉਸਦੀ ਕਈ ਕਿ ਹਰ ਵਰਡਿੰਗ ਜਿਹੜੇ ਸੀ ਰੂਲ ਐਂਡ ਰੈਗੂਲੇਸ਼ਨਸ ਦੇ ਵਿੱਚ ਤਬਦੀਲ ਹੋ ਜਾਂਦੀ ਸੀ, ਮਤਲਬ ਕਿ ਟ੍ਰਾਂਸਫਰ ਹੋ ਜਾਂਦੀ ਸੀ। ਫੋਰ ਐਗਜ਼ਾਮਪਲ ਦੇ ਤੌਰ 'ਤੇ ਅਗਰ ਉਹ ਆਪਣੀ ਜਸਟ ਆਪਣੀ ਜਿਹੜੀ ਹੈਗੀ ਵੋਇਸ ਦੇ ਵਿੱਚੋਂ ਅਗਰ ਕੁਛ ਇਹ ਨਿਕਾਲਦਾ ਹੈਗਾ ਕਿ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਇਹ ਸ਼ਾਸਨ ਪ੍ਰਬੰਧ ਚੱਲੇਗਾ ਤਾਂ ਉਸਨੂੰ ਰਿਟਨ ਵਿੱਚ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਉਸਦਾ ਜਿਹੜਾ ਬੋਲਿਆ ਗਿਆ ਸ਼ਬਦ ਹੀ ਹੈਗੇ ਉਹ ਇੱਕ ਰੂਲ ਐਂਡ ਰੈਗੂਲੇਸ਼ਨ ਆਪਣੇ ਆਪ ਹੀ ਬਣ ਜਾਂਦੇ ਸੀਗੇ। ਠੀਕ ਹੈ, ਇਸ ਤੋਂ ਇਲਾਵਾ ਉਹਨੂੰ ਸੈਨਾ ਦਾ ਸਰਵਉੱਚ ਸੈਨਾਪਤੀ ਮੰਨਿਆ ਜਾਂਦਾ ਸੀ, ਮਤਲਬ ਦ ਹੈਡ ਆਫ ਦ ਡਿਪਾਰਟਮੈਂਟ ਆਫ ਦ ਆਰਮੀ ਅਫਸਰ ਅਗਰ ਮੈਂ ਕਹਿ ਦੇਵਾਂ ਤਾਂ ਉਹ ਆਰਮੀ ਅਫਸਰ ਜਿਹੜੇ ਹੈਗੇ ਨੇ, ਆਰਮੀ ਦਾ ਜਿਹੜਾ ਹੈਡ ਹੈਗਾ ਵਾ ਕੌਣ ਹੁੰਦਾ ਸੀ? ਦ ਕਿੰਗ। ਮਤਲਬ ਕਿ ਅਗਰ ਕਿਸੇ ਦੂਸਰੀ ਕੰਟਰੀਜ਼ ਦੇ ਨਾਲ ਅਸੀਂ ਸੰਧੀ ਸਮਝੌਤਾ ਟਰੀਟੀ ਕਰਨੀ ਹੈਗੀ ਹੈ ਤੇ ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈਗੀ ਹੈ? ਕਿੰਗ ਦੇ ਦੁਆਰਾ ਕੀਤੀ ਜਾਂਦੀ ਹੈਗੀ ਹੈ। ਚਲੋ ਅਸੀਂ ਨੈਕਸਟ ਚੱਲਦੇ ਹਾਂ ਮਿਨਿਸਟਰਸ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਐਡਮਿਨਿਸਟ੍ਰੇਸ਼ਨ ਦਾ ਮਤਲਬ ਹੀ ਕੀ ਹੁੰਦਾ ਹੈ, ਮਤਲਬ ਕਿ ਐਡਮਿਨਿਸਟ੍ਰੇਸ਼ਨ ਦਾ ਮਤਲਬ ਹੈ ਕਿ ਸ਼ਾਸਨ ਪ੍ਰਬੰਧ ਜਿਹੜਾ ਹੈਗਾ ਕਿਹੜੇ ਤਰੀਕੇ ਦੇ ਨਾਲ ਚੱਲੇਗਾ। ਠੀਕ ਹੈ, ਜਿੱਦਾਂ ਡਿਪਾਰਟਮੈਂਟ ਜਿਹੜੇ ਹੈਗੇ ਅਸੀਂ ਕਿਹੜੇ ਪਰਸਨ ਨੂੰ ਡਿਸਟਰੀਬਿਊਟ ਕਰਾਂਗੇ। ਮਿਨਿਸਟਰਸ ਦੇ ਵਿੱਚ ਪਹਿਲੇ ਆਉਂਦੇ ਹੈਗੇ ਆ ਕਿ ਮਿਨਿਸਟਰ ਜਿਹੜੇ ਸੀ ਇਸ ਤਰ੍ਹਾਂ ਦੇ ਲਏ ਜਾਂਦੇ ਸੀ ਜਿਹੜੇ ਓਨੈਸਟ ਤਰੀਕੇ ਦੇ ਨਾਲ ਜਿਹੜਾ ਆਪਣਾ ਕੰਮ ਹੈਗਾ, ਵਰਕ ਹੈਗਾ ਕੰਪਲੀਟਲੀ ਕਰ ਦੇਣ। ਠੀਕ ਹੈ, ਮੌਰਿਆ ਟਾਈਮ ਪੀਰੀਅਡ ਦੇ ਵਿੱਚ ਕਿੰਗ ਦੇ ਦੁਆਰਾ ਜਿਹੜੇ ਡਿਪਾਰਟਮੈਂਟ ਹੈਗੇ ਡਿਸਟਰੀਬਿਊਟ ਕੀਤੇ ਜਾਂਦੇ ਸੀ। ਸਭ ਤੋਂ ਪਹਿਲਾਂ ਆਉਂਦਾ ਪ੍ਰਾਈਮ ਮਿਨਿਸਟਰ ਜਿਹੜਾ ਸੀਗਾ, ਜਿੱਦਾਂ ਅੱਜ ਦੇ ਟਾਈਮ ਪੀਰੀਅਡ ਵਿੱਚ ਜਿਹੜੇ ਪਰਸਨ ਆਉਂਦੇ ਹੈਗੇ ਆ ਨਾ ਉਹੀ ਪਰਸਨ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਸੀ, ਲੇਕਿਨ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਜਸਟ ਉਹਨਾਂ ਦੇ ਜਿਹੜੇ ਨਾਮ ਹੈਗੇ ਉਹ ਚੇਂਜ ਕਰ ਦਿੱਤੇ ਗਏ। ਜਿਵੇਂ ਮੈਂ ਬੋਲਿਆ ਪ੍ਰਾਈਮ ਮਿਨਿਸਟਰ, ਪੁਰਾਣੇ ਟਾਈਮ ਪੀਰੀਅਡ ਵਿੱਚ ਪ੍ਰਾਈਮ ਮਿਨਿਸਟਰ ਹਰੇਕ ਡਿਪਾਰਟਮੈਂਟ ਆ ਜਿਹੜਾ ਹਰੇਕ ਪਰਸਨ ਉਸਨੂੰ ਡਿਪਾਰਟਮੈਂਟ ਡਿਸਟਰੀਬਿਊਟ ਕਰਦਾ ਸੀਗਾ। ਨਾਓ ਦਿਸ ਟਾਈਮ ਪੀਰੀਅਡ ਵਿੱਚ ਵੀ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਹੈਗਾ ਉਹ ਕੀ ਕਰਦਾ ਹੈਗਾ ਵਾ? ਡਿਪਾਰਟਮੈਂਟ ਨੂੰ ਡਿਸਟਰੀਬਿਊਟ ਕਰਦਾ ਵਾ ਡਿਫਰੈਂਟ ਮਿਨਿਸਟਰਸ ਨੂੰ। ਠੀਕ ਹੈ, ਉਸ ਤੋਂ ਬਾਅਦ ਹੈ ਪ੍ਰੋਹਿਤ ਜਿਹੜਾ ਹੁੰਦਾ ਸੀਗਾ ਉਹ ਇੱਕ ਰਿਲੀਜੀਅਸ ਮਾਮਲਿਆਂ ਨਾਲ ਸੰਬੰਧਿਤ, ਯਾਨੀ ਕਿ ਰਿਲੀਜੀਅਸ ਕੇਸਿਸ ਦੇ ਨਾਲ ਸੰਬੰਧਿਤ ਜਿਹੜੇ ਕੰਮ ਹੈਗਾ ਵਾ ਉਸਨੂੰ ਕਰਦਾ ਸੀਗਾ। ਨੈਕਸਟ ਹੈਗਾ ਸੈਨਾਪਤੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈਗਾ ਕਿ ਯੁੱਧ ਦੇ ਨਾਲ ਸੰਬੰਧਿਤ, ਠੀਕ ਹੈ, ਵਾਰ ਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਦੀ ਟਰੀਟੀ ਕੀਤੀ ਜਾਣੀ, ਸੰਧੀ ਕੀਤੀ ਜਾਣੀ, ਸਮਝੌਤਾ ਕੀਤਾ ਜਾਣਾ, ਠੀਕ ਹੈ, ਕੋਆਪਰੇਸ਼ਨ ਕੀਤੀ ਜਾਣੀ ਜਾਂ ਵਾਰ ਹੀ ਕਰ ਦਿੱਤੀ ਜਾਣੀ, ਯਾਨੀ ਕਿ ਯੁੱਧ ਕਰਨਾ ਹੈਗਾ ਕਿਸੇ ਦੇ ਨਾਲ, ਉਹ ਸੈਨਾਪਤੀ ਦਾ ਕੰਮ ਹੁੰਦਾ ਸੀ। ਸਨਿਧਾਤਾ ਜਿਹੜਾ ਸੀਗਾ ਉਹ ਇੱਕ ਕਿਸਮ ਦਾ ਫਾਈਨੈਂਸ਼ੀਅਲ ਮਿਨਿਸਟਰ ਸੀਗਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਦੰਡਪਾਤ ਜਿਹੜਾ ਸੀਗਾ ਮਿਨਿਸਟਰ, ਇਹਦਾ ਮੁੱਖ ਕੰਮ ਹੁੰਦਾ ਸੀਗਾ ਯਾਨੀ ਕਿ
ਮੇਨ ਇਹਦਾ ਕੰਮ ਕੀ ਹੁੰਦਾ ਸੀਗਾ, ਪੀਸਫੁਲ ਕੋਆਰਡੀਨੇਸ਼ਨਸ ਨੂੰ ਮੇਨਟੇਨ ਕਰਕੇ ਰੱਖਣਾ। ਹੁਣ ਤੁਸੀਂ ਬੋਲੋਗੇ ਕਿ ਮੈਂ ਬੋਲਿਆ ਸੈਨਾਪਤੀ, ਪ੍ਰੋਹਿਤ, ਦੰਡਪਾਤ, ਇੰਗਲਿਸ਼ 'ਚ ਇਹਨੂੰ ਕੀ ਕਹਿੰਦੇ ਆ? ਤਾਂ ਕਾਇੰਡ ਫॉर ਕਾਇੰਡ ਯੂਰ ਇਨਫੋਰਮੇਸ਼ਨ, ਪੰਜਾਬੀ ਨਹੀਂ ਬੋਲ ਰਹੀ, ਇਹ ਮੈਂ ਇੰਗਲਿਸ਼ ਦੇ ਵਰਡ ਹੀ ਜਿਹੜੇ ਹੈਗੇ ਨੇ ਤੁਹਾਡੇ ਸਾਹਮਣੇ ਬੋਲ ਰਹੀ ਹਾਂ। ਉਸ ਤੋਂ ਬਾਅਦ ਹੈਗਾ ਦੁਰਗਪਾਲ। ਦੁਰਗਪਾਲ ਜਿਹੜਾ ਹੁੰਦਾ ਸੀ ਉਹਦਾ ਕੰਮ ਕੀ ਹੁੰਦਾ ਸੀ? ਫੌਂਟ ਯਾਨੀ ਕਿ ਕਿਲੇ ਦੀ ਦੇਖਭਾਲ ਕਰਨਾ, ਯਾਨੀ ਕਿ ਉਸਨੂੰ ਪ੍ਰੋਟੈਕਸ਼ਨ ਕਰਨਾ ਉਸਦੀ। ਉਸ ਤੋਂ ਬਾਅਦ ਹੈ ਅਮੰਤਿਆ। ਅਮੰਤਿਆ ਦਾ ਕੰਮ ਕੀ ਹੁੰਦਾ ਸੀਗਾ? ਜਸਟਿਸ ਕਰਨ ਦਾ ਕੰਮ ਕਰਨਾ। ਉਸ ਤੋਂ ਬਾਅਦ ਹੈਗਾ ਦੁਆਰਿਕ, ਦੁਆਰਿਕਾ। ਆਪਾਂ ਅਗਰ ਅਸੀਂ ਮਹਾਰਾਣੀ ਦੇਖੀ ਹੋਵੇ, ਅਗਰ ਤੁਸੀਂ ਮਹਾਰਾਣੀ ਲక్ష్ਮੀ ਬਾਈ ਦਾ ਐਪੀਸੋਡ ਦੇਖਿਆ ਹੋਵੇ ਤਾਂ ਉਹਦੇ ਵਿੱਚ ਦਵਾਰਕਾਧੀਸ਼ ਸਮਥਿੰਗ ਕੁਝ ਵਰਡ ਆਉਂਦੇ ਸੀਗੇ ਤੇ ਉਹਦਾ ਮਤਲਬ ਹੁੰਦਾ ਵਾ ਹੋਮ ਮਿਨਿਸਟਰ, ਗ੍ਰਹਿ ਮੰਤਰੀ, ਠੀਕ ਹੈ। ਨੈਕਸਟ ਅਸੀਂ ਜਾਣਦੇ ਹਾਂ ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ। ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ ਦਾ ਮਤਲਬ ਹੁੰਦਾ ਹੈ ਪ੍ਰਾਂਤਾਂ ਦਾ ਸ਼ਾਸਨ ਪ੍ਰਬੰਧ। ਜਿਵੇਂ ਕਿ ਹੈਗਾ ਤੁਹਾਡਾ ਮਗਧ ਪ੍ਰੋਵਿੰਸ਼ੀਅਲ, ਇਹਦਾ ਮਤਲਬ ਹੈਗਾ ਇਸ ਦੀ ਰਾਜਧਾਨੀ ਕੈਪੀਟਲ ਸੀਗੀ ਪਾਟਲੀਪੁੱਤਰ। ਨੈਕਸਟ ਹੈਗਾ ਵਾ ਨਾਰਥ ਸਾਊਥ ਪ੍ਰੋਵਿੰਸ਼ੀਅਲ, ਮਤਲਬ ਨਾਰਥ ਸਾਊਥ ਦੀ ਜਿਹੜੀ ਰਾਜਧਾਨੀ ਸੀਗੀ ਉਹਦਾ ਨਾਮ ਸੀਗਾ ਤੁਹਾਡਾ ਤਕਸ਼ੀਲਾ। ਉਸ ਤੋਂ ਬਾਅਦ ਹੈਗਾ ਵਾ ਈਸਟ ਪ੍ਰੋਵਿੰਸ਼ੀਅਲ, ਉਹਦੀ ਸੀਗੀ ਉਜੈਨ। ਉਸ ਤੋਂ ਬਾਅਦ ਤੁਹਾਡਾ ਹੈਗਾ ਸਾਊਥ, ਉਹਦੀ ਸੀਗੀ ਸਵਰਨ ਨਗਰੀ, ਬਹੁਤ ਅੱਛਾ ਨਾਮ ਹੈਗਾ ਸਵਰਨ ਨਗਰੀ, ਮੋਸਟਲੀ ਤੁਹਾਨੂੰ ਯਾਦ ਹੋ ਜਾਏਗਾ। ਫਿਰ ਹੈਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਿੱਦਾਂ ਚੱਲਦਾ ਸੀ? ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁੰਦੇ ਸੀ ਜਨਪਦ। ਜਨਪਦ ਜਿਹੜਾ ਪਰਸਨ ਹੈਗਾ ਉਹਦਾ ਕੰਮ ਸੀਗਾ ਆਪਣੀ ਡਿਸਟ੍ਰਿਕਟ ਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਣਾ, ਠੀਕ ਹੈ। ਆਪਣੇ ਡਿਸਟ੍ਰਿਕਟ ਨੂੰ ਮੇਨਟੇਨ ਰੱਖਣ ਦੇ ਲਈ ਉਸਨੇ 2 ਪਰਸਨ ਜਿਹੜੇ ਸੀਗੇ ਆਪਣੇ ਲਈ ਹਾਇਰ ਕੀਤੇ ਸੀ। ਫਸਟ ਸੀਗਾ ਰਾਜਕ, ਜਿਹਦਾ ਕੰਮ ਸੀਗਾ, ਜਿਹੜਾ ਵਰਕ ਸੀਗਾ ਕਿ ਐਗਰੀਕਲਚਰ ਦੇ ਨਾਲ ਰਿਲੇਟਡ, ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜੇ ਟੈਕਸਿਸ ਵਗੈਰਾ ਸੀ ਉਹ ਇਕੱਠਾ ਕਰਨਾ। ਦੂਜਾ ਉਹਨੇ ਪਰਸਨ ਜਿਹੜਾ ਹਾਇਰ ਕੀਤਾ ਸੀ ਉਹ ਸੀ ਯੁਕਤ। ਯੁਕਤ ਜਿਹੜਾ ਸੀਗਾ ਉਹ ਇੱਕ ਕਿਸਮ ਦਾ ਲੇਖਾ ਜੋਖਾ ਜ਼ਮੀਨ ਦਾ ਕਰਦਾ ਸੀਗਾ, ਮਤਲਬ ਕਿੰਨੀ ਜਿਹੜੀ ਜ਼ਮੀਨ ਕਿਸ ਪਰਸਨ ਦੇ ਕੋਲ ਹੈਗੀ, ਲੈਂਡ ਜਿਹੜੀ ਸੀ ਕਿੰਨੇ ਪਰਸਨ ਨੇ ਆਪਣੇ ਅੰਡਰ ਜਿਹੜੀ ਇਹ ਕੰਟਰੋਲ ਦੇ ਵਿੱਚ ਹੈਗੀ, ਉਹਦਾ ਸਾਰਾ ਜਿਹੜਾ ਹੈਗਾ ਵੇਰਵਾ ਯੁਕਤ ਦੇ ਕੋਲ ਹੁੰਦਾ ਸੀ। ਉਸ ਤੋਂ ਬਾਅਦ ਹੈਗਾ ਐਡਮਿਨਿਸਟ੍ਰੇਸ਼ਨ ਆਫ ਦਾ ਸਿਟੀਜ਼। ਕਹਿੰਦੇ ਸਿਟੀ ਦਾ ਐਡਮਿਨਿਸਟ੍ਰੇਸ਼ਨ ਕਿੱਦਾਂ ਦਾ ਸੀ? ਅਸੀਂ ਦੱਸਦੀ ਹੈ ਕਿ ਸਿਟੀ ਦੇ ਲਈ ਉਹਨਾਂ ਨੇ 6 ਟਾਈਪ ਆਫ ਡਿਪਾਰਟਮੈਂਟ ਡਿਸਟਰੀਬਿਊਟ ਕੀਤੇ ਹੋਏ ਸੀ। ਫਸਟ ਜਿਹੜਾ ਕੰਮ ਸੀਗਾ, ਪਹਿਲੀ ਸਮਿਤੀ ਯਾਨੀ ਕਿ ਫਸਟ ਡਿਪਾਰਟਮੈਂਟ ਦਾ ਜਿਹੜਾ ਕੰਮ ਸੀਗਾ ਉਹ ਸੀਗਾ ਕਿ ਕਾਰਖਾਨੇ ਜਿਹੜੇ ਹੈ, ਫੈਕਟਰੀ ਜਿਹੜੀ ਹੈਗੀ ਆ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਕੰਮ ਕਰਨਾ। ਦੂਸਰੇ ਪਰਸਨ ਦਾ ਕੰਮ ਸੀਗਾ ਵਪਾਰ ਯਾਨੀ ਕਿ ਮਰਚੈਂਟ ਸਿਸਟਮ ਨੂੰ ਪ੍ਰੋਟੈਕਸ਼ਨ ਕਰਨ ਦਾ ਕੰਮ ਕਰਨਾ। ਤੀਸਰਾ ਸੀਗਾ ਕਿ ਬਰਥ ਔਰ ਡੈਥ ਦੇ ਨਾਲ ਰਿਲੇਟਡ ਜਿਹੜਾ ਸਾਰਾ ਸਿਸਟਮ ਸੀਗਾ ਉਸਨੂੰ ਆਪਣਾ ਕੰਟਰੋਲ ਰੱਖਣਾ। ਚੌਥਾ ਜਿਹੜਾ ਡਿਪਾਰਟਮੈਂਟ ਸੀ ਉਹਦਾ ਮਤਲਬ ਸੀਗਾ ਕਿ ਮਰਚੈਂਟ ਸਿਸਟਮ ਦੇ ਨਾਲ ਰਿਲੇਟਡ ਰੂਲ ਐਂਡ ਰੈਗੂਲੇਸ਼ਨਸ ਨੂੰ ਕ੍ਰੀਏਟ ਕਰਨਾ। ਮਰਚੈਂਟ ਸਿਸਟਮ ਮੈਂ ਤੁਹਾਨੂੰ ਦੱਸਦਾ ਉਹ ਵਪਾਰ ਨੂੰ ਕਹਿੰਦੇ ਨੇ। ਉਸ ਤੋਂ ਬਾਅਦ ਸੀਗਾ 5th ਟਾਈਪ ਆਫ ਡਿਪਾਰਟਮੈਂਟ ਜਿਹੜਾ ਸੀ ਉਹਦਾ ਕੰਮ ਸੀਗਾ ਕਿ ਹਰ ਇੱਕ ਚੀਜ਼ ਦੇ ਨਾਲ ਸੰਬੰਧਿਤ ਕੰਟਰੋਲ ਰੱਖਣਾ ਕਿ ਕਿਸੇ ਸਿਸਟਮ ਦੇ ਵਿੱਚ ਜਿਹੜੀ ਹੈਗੀ ਮਿਲਾਵਟ ਨਾ ਕੀਤੀ ਜਾਵੇ, ਠੀਕ ਹੈ। 6th ਸਿਸਟਮ ਜਿਹੜਾ ਸੀ ਉਹ ਸੀਗਾ ਕਿ ਸੇਲਸ ਟੈਕਸ ਦੇ ਨਾਲ ਰਿਲੇਟਡ ਜਿਹੜਾ ਹੈਗਾ ਉਹ ਕੰਮ ਕਰਨਾ। ਉਸ ਤੋਂ ਬਾਅਦ ਲੋਕਲ ਐਡਮਿਨਿਸਟ੍ਰੇਸ਼ਨ। ਲੋਕਲ ਐਡਮਿਨਿਸਟ੍ਰੇਸ਼ਨ ਮੈਂ ਤੁਹਾਨੂੰ ਦੱਸਦਾ, ਅਗਰ ਤੁਸੀਂ ਪਿੰਡਾਂ ਵਿੱਚ ਰਹਿੰਦੇ ਹੋਵੋਗੇ ਜਾਂ ਪਿੰਡਾਂ ਦੇ ਵਿੱਚ ਮੋਸਟਲੀ ਜਿਹੜੇ ਪਰਸਨ ਰਹਿੰਦੇ ਤੇ ਅਸੀਂ ਦੇਖਦੇ ਹਾਂ ਕਿ 5 ਤੋਂ 6 ਜਿਹੜੇ ਪਿੰਡ ਮਿਲਾ ਕੇ ਨਾ ਇੱਕ ਡਿਪਾਰਟਮੈਂਟ ਨਿਸ਼ਚਿਤ ਕੀਤਾ ਜਾਂਦਾ ਸੀ, ਉਹਨੂੰ ਕਹਿੰਦੇ ਸੀ ਲੋਕਲ ਐਡਮਿਨਿਸਟ੍ਰੇਸ਼ਨ। ਜੋ ਵੀ ਤੁਹਾਡੇ ਲੋਕਲ ਦੇ ਵਿੱਚ ਆਉਂਦਾ ਹੈ ਤੁਹਾਡਾ ਲੋਕਲ ਐਡਮਿਨਿਸਟ੍ਰੇਸ਼ਨ ਹੀ ਹੁੰਦਾ ਹੈ, ਠੀਕ ਹੈ। ਉਹਦੇ ਵਿੱਚ 2 ਤਰ੍ਹਾਂ ਦੇ ਵਿਅਕਤੀ ਰੱਖੇ ਜਾਂਦੇ ਸੀ, 2 ਤਰ੍ਹਾਂ ਦੇ ਜਿਹੜੇ ਪਰਸਨ ਹੈਗੇ ਆ ਉਹ ਰੱਖੇ ਜਾਂਦੇ ਸੀ। ਪਹਿਲਾਂ ਸੀ ਗੋਪ, ਉਹਦਾ ਕੰਮ ਵੀ ਕੀ ਸੀ? ਐਗਰੀਕਲਚਰ ਨਾਲ ਰਿਲੇਟਡ ਹਰੇਕ ਸਿਸਟਮ ਦਾ ਰਿਕਾਰਡ ਰੱਖਣਾ। ਦੂਜਾ ਸੀ ਸਥਾਨਕ, ਜਿਹੜਾ ਕਿ ਟੈਕਸਿਸ ਵਗੈਰਾ ਨੂੰ ਇਕੱਠਾ ਕਰਨ ਦਾ ਕੰਮ ਕਰਦਾ ਸੀ। ਅਗਰ ਅਸੀਂ ਕਹੀਏ ਕਿ the head of the department of the local administration is like that a Brahmin। ਨੈਕਸਟ ਹੈਗਾ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ। ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਦਾ ਮਤਲਬ ਸੀਗਾ ਕਿ ਜਦੋਂ ਰਾਜੇ ਮਹਾਰਾਜੇ ਕੰਮ ਕਰਦੇ ਸੀਗੇ ਉਦੋਂ ਉਹਨਾਂ ਨੂੰ ਕਿੱਥੋਂ ਜ਼ਿਆਦਾ ਆਮਦਨੀ ਹੁੰਦੀ ਸੀ, ਠੀਕ ਹੈ। ਮਤਲਬ ਐਡਮਿਨਿਸਟ੍ਰੇਸ਼ਨ ਫਾਈਨੈਂਸ਼ੀਅਲ ਉਹਨਾਂ ਦੀ ਕਿੱਥੋਂ ਸੀ ਤਾਂ ਤੁਹਾਨੂੰ ਦੱਸ ਦੇਵਾਂ, ਸਭ ਤਰ੍ਹਾਂ ਦੇ ਜਿਹੜੇ ਟੈਕਸਿਸ ਸੀਗੇ ਉਹ ਰਾਜੇ ਕੋਲ ਜਾਂਦੇ ਸੀ। ਜੰਗਲਾਂ ਦੇ ਵਿੱਚ ਫੋਰੈਸਟ ਦੇ ਨਾਲ ਰਿਲੇਟਡ, ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਰਿਲੇਟਡ, ਅਮੀਰ ਲੋਕਾਂ ਦੇ ਉੱਤੇ ਜਿਹੜੇ ਟੈਕਸਿਸ ਲਗਾਏ ਜਾਂਦੇ ਆ, ਹਰ ਤਰ੍ਹਾਂ ਦੇ ਜਿਹੜੇ ਟੈਕਸ ਲਗਾਏ ਜਾਂਦੇ ਸੀ ਉਹਨਾਂ ਦਾ ਜਿਹੜਾ ਪੈਸਾ ਸੀਗਾ ਉਹ ਕਿਹਦੇ ਕੋਲ ਜਾਂਦਾ ਸੀਗਾ? ਮੋਸਟਲੀ ਰਾਜੇ ਕੋਲ ਹੀ ਜਾਂਦਾ ਸੀ। ਸੜਕਾਂ ਦੇ ਨਾਲ ਸੰਬੰਧਿਤ ਕੋਈ ਖਰਚਾ ਕਰਨਾ, ਹਸਪਤਾਲਾਂ ਦੇ ਨਾਲ ਰਿਲੇਟਡ ਕੋਈ ਖਰਚਾ ਕਰਨਾ ਜਾਂ ਹਸਪਤਾਲਾਂ ਤੋਂ ਜਿਹੜੀ ਆਮਦਨੀ ਹੁੰਦੀ ਸੀਗੀ, ਸਭ ਤਰ੍ਹਾਂ ਦੀਆਂ ਜਿਹੜੀਆਂ ਪੈਸਾ ਸੀਗਾ ਉਹ ਕਿਹਦੇ ਕੋਲ ਜਾਂਦਾ ਸੀ? ਇੱਕ ਕਿਸਮ ਦਾ ਰਾਜੇ ਕੋਲ ਜਾਂਦਾ ਸੀ। ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਨਿਆਂ ਪ੍ਰਬੰਧ ਉੱਥੋਂ ਦਾ ਕਿੱਦਾਂ ਦਾ ਸੀ। ਐਕਚੁਅਲ ਦੇ ਵਿੱਚ ਮੌਰੀਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਨਿਆਂ ਸਿਸਟਮ ਸੀਗਾ ਬਹੁਤ ਅੱਛੇ ਤਰੀਕੇ ਦੇ ਨਾਲ ਚੱਲਦਾ ਸੀਗਾ। ਸਜ਼ਾਵਾਂ ਜਿਹੜੀਆਂ ਸੀਗੀਆਂ ਦਿੱਤੀਆਂ ਜਾਂਦੀਆਂ ਸੀ। ਅਗਰ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ ਬਹੁਤ ਮਤਲਬ ਇੱਕ ਬਹੁਤ ਜ਼ਿਆਦਾ
ਘਟੀਆ ਕੰਮ ਕਰਦੇ ਹੈਗੇ ਹੋ, ਠੀਕ ਹੈ, ਕਿਸੇ ਤਰ੍ਹਾਂ ਦਾ ਬਹੁਤ ਘਟੀਆ ਕ੍ਰਾਈਮ ਕਰਦੇ ਹੈਗੇ ਹੋ, ਤਾਂ ਸਜ਼ਾ ਤੁਹਾਨੂੰ ਮੌਤ ਦੀ ਵੀ ਦਿੱਤੀ ਜਾ ਸਕਦੀ ਸੀਗੀ। ਘੱਟ ਤੋਂ ਘੱਟ ਜਿਹੜਾ ਸੀਗਾ, ਤੇ ਅਗਰ ਅਸੀਂ ਦੇਖਦੇ ਹੈਗੇ ਹਾਂ ਕਿ ਜਦੋਂ ਤੁਸੀਂ ਛੋਟਾ ਮੋਟਾ ਕੋਈ ਕ੍ਰਾਈਮ ਕਰਦੇ ਹੈਗੇ ਹੋ ਤਾਂ ਉਹਦੇ ਲਈ ਜਸਟ ਤੁਹਾਨੂੰ ਇੱਕ ਫਾਈਨ ਪੇ ਕਰਨਾ ਪੈਂਦਾ ਸੀਗਾ। ਨੈਕਸਟ ਹੈ ਸਪੇ ਸਿਸਟਮ। ਸਪੇ ਸਿਸਟਮ ਦਾ ਮਤਲਬ ਹੁੰਦਾ ਜਸੂਸੀ ਪ੍ਰਬੰਧ। ਤੁਹਾਨੂੰ ਮੈਂ ਦੱਸਣਾ ਕਿ ਰਾਜੇ ਮਹਾਰਾਜੇ ਦੇ ਟਾਈਮ ਪੀਰੀਅਡ ਵਿੱਚ ਸਪੇ ਸਿਸਟਮ ਮਤਲਬ ਕਿ ਇੱਕ ਜਸੂਸੀ ਜਿਹੜਾ ਕੰਮ ਸੀਗਾ, ਸਿਸਟਮ ਸੀਗਾ, ਬਹੁਤ ਅੱਛੇ ਤਰੀਕੇ ਦੇ ਨਾਲ ਚਲਾਇਆ ਜਾਂਦਾ ਸੀ। ਬਿਕੋਜ਼ ਜਸੂਸ ਰੱਖੇ ਜਾਂਦੇ ਸੀਗੇ, ਕਿਉਂਕਿ ਉਸ ਸਮੇਂ ਵਿੱਚ ਮੋਬਾਈਲ ਤਾਂ ਹੈ ਨਹੀਂ ਸੀ ਜਿਹੜਾ ਕਿ ਇੱਕ ਰਾਜੇ ਤੋਂ ਦੂਜੇ ਰਾਜੇ ਤੱਕ ਉਹ ਮੋਬਾਈਲ ਦੇ ਥਰੂ ਹੈ ਨਾ ਆਪਸ ਦੇ ਵਿੱਚ ਗੱਲਬਾਤ ਕਰ ਲੈਣਗੇ। ਮੈਂ ਪੁਰਾਣੇ ਟਾਈਮ ਪੀਰੀਅਡ ਦੀ ਗੱਲ ਕਰ ਰਹੀ ਹਾਂ, ਅਤੇ ਅਫਕੋਰਸ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈਗਾ ਕਿ ਨਹੀਂ ਹੋਣਗੇ, ਕੀ ਨਹੀਂ ਹੋਣਗੇ, ਮੋਬਾਈਲ ਸਿਸਟਮ ਨਹੀਂ ਹੋਏਗਾ। ਸੋ ਇਸ ਲਈ ਕੀ ਕੀਤੇ ਜਾਂਦੇ ਸੀ, ਜਸੂਸ ਰੱਖੇ ਜਾਂਦੇ ਸੀਗੇ, ਤਾਂ ਜੋ ਕੋਈ ਮੇਰੇ ਤੇ ਹਮਲਾ ਕਰਦਾ ਤੇ ਮੇਰਾ ਜਸੂਸ ਮੈਨੂੰ ਪਹਿਲਾਂ ਹੀ ਦੱਸ ਦੇਵੇ, ਠੀਕ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈਗਾ ਵਾ ਰੱਖਿਆ ਜਾਂਦਾ ਸੀ। ਉਸ ਤੋਂ ਬਾਅਦ ਮਿਲਟਰੀ ਐਡਮਿਨਿਸਟ੍ਰੇਸ਼ਨ। ਮਿਲਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਸ ਸਮੇਂ ਨਾ ਤਾਂ ਤੋਪਾਂ ਹੁੰਦੀਆਂ ਸੀ, ਠੀਕ ਹੈ, ਤੋਪ ਵਗੈਰਾ ਗਨਸ ਵਗੈਰਾ ਤਾਂ ਹੁੰਦੀਆਂ ਨਹੀਂ ਹੈਗੀਆਂ ਸੀ। ਤਾਂ ਕੀ ਹੋਣਗੇ ਉਸ ਸਮੇਂ ਹੋਣਗੇ ਘੋੜਸਵਾਰ ਹੋਣਗੇ, ਹਾਥੀ ਹੋਣਗੇ, ਰੱਥ ਹੋਣਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਮੋਸਟਲੀ ਵਾਰ ਦੇ ਟਾਈਮ ਪੀਰੀਅਡ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਸੀ, ਠੀਕ ਹੈ। ਜਾਂ ਫਿਰ ਕਹਿ ਲਓ ਕਿ ਤਲਵਾਰਾਂ, ਠੀਕ ਹੈ, ਸਵੋਰਡ ਜਿਸ ਨੂੰ ਤੁਸੀਂ ਬੋਲ ਦਿੰਦੇ ਹੈਗੇ ਹੋ, ਤਰਸ਼ੂਲ, ਤੀਰ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਯੂਜ਼ ਕੀਤੀਆਂ ਜਾਂਦੀਆਂ ਸੀ। ਮੈਂ ਉਮੀਦ ਕਰਦੀ ਹਾਂ ਕਿ ਅੱਜ ਦਾ ਲੈਕਚਰ ਜਿਹੜਾ ਹੈਗਾ ਤੁਹਾਨੂੰ ਸਮਝ ਆਇਆ ਹੋਏਗਾ। ਅਗਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਲੱਗਦੀ ਹੈ, ਕੋਈ ਲੈਂਗੁਏਜ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਵੀ ਪੁਆਇੰਟ ਜਿਹੜਾ ਹੈਗਾ ਤੁਹਾਨੂੰ ਸਮਝ ਨਹੀਂ ਆਇਆ, ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਈ ਹੋਪ ਸੋ ਤੁਹਾਡਾ ਦਿਨ ਚੰਗਾ ਨਿਕਲੇ। ਅ ਵੈਰੀ ਗੁੱਡ ਡੇ ਟੂ ਆਲ।